पंजाब यूनीवर्सिटी ਦੇ ਵਿੱਚ ਕਾਰਨ ਕੀ ਹੈ ਐਸਾ ਕਿ ਇਹ ਯੂਨੀਵਰਸਿਟੀ ਦੇ ਜਿਹੜੇ ਗੇਟ ਆ ਵਿਦਿਆਰਥੀਆਂ ਲਈ ਹਜੇ ਵੀ ਬੰਦ ਨੇ। ਖੁਲਵਾਉਣ ਦੇ ਲਈ ਵਿਦਿਆਰਥੀਆਂ ਨੂੰ ਆਪ ਆਪਣੀਆਂ ਯੂਨੀਵਰਸਿਟੀਆਂ ਕਲਾਸਾਂ ਨੂੰ ਆਪਣੇ ਹੌਸਟਲਾਂ ਨੂੰ ਆ ਕੇ ਖੋਲ ਕੇ ਅੰਦਰ ਬੈਠਣਾ ਪੈਣਾ। ਦਬਾਅ ਪ੍ਰਸ਼ਾਸਨ ਦਾ ਵਿਦਿਆਰਥੀਆਂ ਨੂੰ ਘਰਾਂ ਦੇ ਵਿੱਚ ਮੋਬਾਈਲਾਂ ਦੇ ਉੱਪਰ ਹੀ ਸੀਮਿਤ ਕਰਕੇ ਰੱਖਣਾ ਉਹੀ ਹਜੇ ਬਣਿਆ ਹੋਇਆ। ਇਹ ਸਿਆਸੀ ਏਜੰਡਾ ਵਾ ਵਾਈਸ ਚਾਂਸਲਰ ਦਾ। ਇਹ ਇਹਨਾਂ ਦੀ ਨੀਅਤ ਹੀ ਨਹੀਂ ਹੈ ਵੀ ਇਹ ਯੂਨੀਵਰਸਿਟੀ ਨੂੰ ਖੋਲ੍ਹਣਾ ਚਾਹੁੰਦੇ ਨੇ। ਤੁਹਾਨੂੰ ਐਕਸ਼ਨ ਨਹੀਂ ਲੈਣਾ ਚਾਹੀਦਾ, ਪਹਿਲਾਂ ਬੇਟਾ ਰਿਟਨ ਦੇ ਵਿੱਚ ਦਿਓ, ਫਿਰ ਉਹਨਾਂ ਨੂੰ ਇਹ ਗੱਲ ਦੱਸਦੇ ਹਾਂ ਅਸੀਂ ਜਦੋਂ ਪੁੱਟਾ ਜਿਹੜੀ ਟੀਚਰ ਐਸੋਸੀਏਸ਼ਨ ਆ ਉਹ 54 ਮੇਲਾਂ ਪਾ ਚੁੱਕੀ ਹੈ ਤੇ ਵਾਈਸ ਚਾਂਸਲਰ ਨੇ ਇੱਕ ਦਾ ਜਵਾਬ ਨਹੀਂ ਦਿੱਤਾ। ਜਦੋਂ ਵਿਦਿਆਰਥੀ ਪਿਛਲੇ 1.5 ਸਾਲ ਤੋਂ ਬਾਰ-ਬਾਰ ਆਨਲਾਈਨ ਤੋਂ ਲੈ ਕੇ ਆਫਲਾਈਨ ਮੇਲਾਂ ਪਾ ਰਹੇ ਨੇ, ਬਾਰ-ਬਾਰ ਇਹਨਾਂ ਨੂੰ ਮੈਮੋਰੈਂਡਮ ਦੇ ਰਹੇ, ਚਿੱਠੀਆਂ ਤਾਂ ਰੱਦੀ ਦੇ ਭਾਅ ਇਹ ਵੇਚ ਰਹੇ ਨੇ। ਜਿਵੇਂ ਮੋਦੀ ਨੂੰ ਠੇਸ ਪਹੁੰਚਦੀ ਹੈ ਕੋਈ ਕਦਮ ਪਿੱਛੇ ਚੱਕਦੇ ਹੋਏ, ਤਾਂ ਉਸ ਵਾਈਸ ਚਾਂਸਲਰ ਦਾ ਜਿਹੜਾ ਧੱਕਾ ਹੈ, ਜਿਹੜੀ ਉਹਦੀ ਈਗੋ ਹੈ, ਉਹ ਜਿਹੜੀ ਇੱਕ ਹੈਂਕੜ ਉਹਦੇ ਅੰਦਰ ਆਈ ਹੋਈ ਹੈ, ਤਾਨਾਸ਼ਾਹੀ ਹੈ ਉਹਦਾ ਵਿਦਿਆਰਥੀਆਂ ਨੇ ਅੱਜ ਉਹਦਾ ਮੂੰਹ ਤੋੜ ਜਵਾਬ ਦਿੱਤਾ ਹੈ ਵੀ ਇਹ ਯੂਨੀਵਰਸਿਟੀ ਦੀ ਇੱਕ ਸੜਕ ਨਹੀਂ ਖੁਲਵਾਈ। ਇਹ ਸਿੰਬੋਲਿਕ ਹੈ ਵੀ ਯੂਨੀਵਰਸਿਟੀ ਇਸੇ ਤਰ੍ਹਾਂ ਇਸੇ ਇੱਕ ਦੇ ਦਮ ਉੱਤੇ ਅਸੀਂ ਯੂਨੀਵਰਸਿਟੀ ਖੁਲਵਾਵਾਂ। ਜਦੋਂ ਇਹ ਆਪਦਾ ਬੰਦਾ ਨਿਯੁਕਤ ਨਾ ਕਰਵਾ ਸਕੇ ਡੀਨ ਵਿਦਿਆਰਥੀ ਭਲਾਈ, ਉਸ ਵੇਲੇ ਇਹ ਗੱਲ ਆਖ ਕੇ ਗਏ ਸੀ, ਕਹਿੰਦੇ ਜੇ ਅਸੀਂ 370 ਖਤਮ ਕਰ ਸਕਦੇ ਹਾਂ ਅਸੀਂ ਸੈਨੇਟ ਖਤਮ ਕਰ ਸਕਦੇ ਹਾਂ। ਇਹ ਇਸ਼ਾਰਾ ਸੀ। ਇਹ ਇਹਨਾਂ ਦਾ ਹੈ ਵੀ ਜਾਂ ਤਾਂ ਸੈਨੇਟ ਨੂੰ ਇਸ ਤਰ੍ਹਾਂ ਨਾਲ ਸੋਧ ਲਿਆ ਜਾਵੇ ਵੀ ਜਦੋਂ ਚੁਣ ਕੇ ਅਸੀਂ ਆ ਨਹੀਂ ਸਕਦੇ ਸੱਤਾ ਦੇ ਵਿੱਚ, 3.5 ਲੱਖ ਤੋਂ ਵੱਧ ਵੋਟਰ ਨੇ ਯੂਨੀਵਰਸਿਟੀ ਦੇ ਉਹ, ਤੇ ਉਹਨਾਂ ਦੇ ਜ਼ਰੀਏ ਜਦੋਂ ਅਸੀਂ ਸਾਨੂੰ ਪਤਾ ਵੀ ਅਸੀਂ ਕਿਸੇ ਵੀ ਹਾਲ ਦੇ ਵਿੱਚ ਇੱਥੇ ਪਹੁੰਚ ਨਹੀਂ ਸਕਦੇ ਤਾਂ ਫਿਰ ਉਹ ਹੀ ਬਦਲ ਦਿਓ ਸੈਨੇਟ ਨੂੰ। ਤੁਸੀਂ ਗੱਲ ਕਰਦੇ ਹੋ ਕਿ ਪ੍ਰਸ਼ਾਸਨ ਅਥਾਰਟੀ ਹੈ ਜਿਹੜੀ ਇਹ ਕਹਿੰਦੀ ਆ ਕਿ ਮੈਮੋਰੈਂਡਮ ਦਿਓ, ਰਿਟਨ ਦੇ ਵਿੱਚ ਦਿਓ। ਬਹੁਤ ਵਾਰ ਮੈਂ ਜਿਹੜਾ ਇੱਥੇ ਨਿੱਜੀ ਤੌਰ ਤੇ ਦੇਖਿਆ ਕਿ ਵਿਦਿਆਰਥੀ ਪਹੁੰਚਦੇ ਨੇ ਮੈਮੋਰੈਂਡਮ ਦੇਣ ਦੇ ਲਈ ਵੀ ਅੰਦਰੋਂ ਜਾਂ DSW ਜਾਂ ਵਾਈਸ ਚਾਂਸਲਰ ਤੱਕ ਪਹੁੰਚਾਉਣ ਦੇ ਲਈ ਵੀ ਇੱਥੇ ਜਿਹੜੇ ਪਹਿਲਾਂ ਨਾਅਰੇਬਾਜ਼ੀ ਕਰਨੀ ਪੈਂਦੀ ਆ। 3 ਸਾਲੇ ਤੋਂ ਪਹਿਲਾਂ ਵਾਲਾ ਜਿਹੜਾ VC ਰਹਿ ਕੇ ਗਿਆ ਉਹ ਵੀ ਕੋਈ ਬਹੁਤਾ ਚੰਗਾ ਨਹੀਂ ਸੀ, ਪਰ ਉਹ ਘੱਟੋ ਘੱਟ ਕਦੇ ਕਦਾਈ ਮੂੰਹ ਤਾਂ ਦਿਖਾ ਲੈਂਦਾ ਸੀ ਵਿਦਿਆਰਥੀਆਂ ਨੂੰ, ਕਦੇ ਕਦਾਈ ਭੁੱਲਿਆ ਭਟਕਾ ਇੱਧਰ ਉੱਧਰੋਂ ਲੰਘਦਾ ਜਾਂਦਾ ਸੀ। ਇਹ ਤਾਂ ਉੱਥੋਂ ਆਪਦੇ ਘਰੋਂ ਹੀ ਨਹੀਂ ਨਿਕਲਿਆ ਪਿਛਲੇ 8 ਮਹੀਨਿਆਂ 'ਚ, ਜੋ ਸਾਨੂੰ ਪਤਾ ਚੱਲਿਆ ਘਰੋਂ ਹੀ ਆਪਰੇਟ ਕਰ ਰਿਹਾ। ਘਰ ਨੂੰ ਪੂਰਾ ਕਿਲਾਬੰਦੀ ਕੀਤੀ ਹੋਈ ਹੈ। ਉਹਦੀ ਇੱਕ ਵੀਡੀਓ ਜ਼ਰੂਰ ਪਾਉਣੀ ਚਾਹੀਦੀ ਹੈ ਵੀ ਕਿਵੇਂ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨੂੰ ਐਡਾ ਵੱਡਾ ਖਤਰਾ ਹੋ ਗਿਆ ਵੀ ਸੂਲਾਂ ਹਰ ਥਾਂ ਦੇ ਉੱਤੇ ਲਾਈਆਂ ਪਈਆਂ ਨੇ। ਇਸ ਵੇਲੇ ਇਹਨਾਂ ਨੇ ਇੱਕੋ ਨੀਤੀ ਅਪਣਾਈ ਹੈ ਜੋ ਮੋਦੀ ਕਰ ਰਿਹਾ ਵੀ ਸੁਣੋ ਹੀ ਨਾ, ਅਣਸੁਣਾ ਹੀ ਕਰ ਦੋ, ਆਪਦੀਆਂ ਅੱਖਾਂ ਕੰਨ ਬੰਦ ਕਰਕੇ ਬੈਠੇ ਰਹੋ ਜਿੱਥੇ ਬੈਠੇ ਆ, ਉਹੀ ਇਹ ਕਰ ਰਿਹਾ। ਪਰ ਸ਼ਾਇਦ ਹੁਣ ਸਾਡੇ ਵੀ ਸਬਰ ਦਾ ਬੰਨ ਟੁੱਟ ਰਿਹਾ। ਤੁਹਾਨੂੰ ਵੀ ਹੋ ਸਕਦਾ ਸਾਹਮਣਾ ਕਰਨਾ ਪੈ ਸਕਦਾ ਆਉਣ ਵਾਲੇ ਦਿਨਾਂ 'ਚ। ਪਰ ਹੁਣ ਇਸ ਦਾ ਮਤਲਬ ਇਹ ਥੋੜੀ ਵੀ ਬੰਦਾ ਡਰ ਕੇ ਬੈਠ ਜਾਊਗਾ। ਜੋ ਇਹ ਕਰਨਾ ਚਾਹੁੰਦੇ ਨੇ ਵੀ ਵਿਦਿਆਰਥੀਆਂ ਦੇ ਉੱਤੇ ਹਰ ਵਾਰ ਇਹੀ ਹੈ ਧਰਨੇ ਤੇ। ਤੁਸੀਂ ਯੂਨੀਵਰਸਿਟੀ ਦਾ ਅਸੀਂ ਵਿਦਿਆਰਥੀਆਂ ਨੇ ਮਿਲ ਕੇ ਲਾਇਬ੍ਰੇਰੀ ਦਾ ਲੋਕ ਤੋੜ ਕੇ ਅੰਦਰ ਵੜੇ ਸੀਗੇ ਕਿਉਂਕਿ ਇਹ ਖੋਲ ਨਹੀਂ ਸੀ ਰਹੇ ਲਾਇਬ੍ਰੇਰੀ। 10 ਦਿਨ ਹੋ ਗਏ ਸੀ ਬੈਠਿਆਂ ਨੂੰ। ਜਦੋਂ ਲੋਕ ਤੋੜ ਕੇ ਅੰਦਰ ਵੇ ਉਦੋਂ ਕਹਿੰਦੇ ਤੁਹਾਡੇ ਤਾਲਾ ਤੋੜਨ ਦਾ ਅਸੀਂ ਉਹ ਲਾਵਾਂਗੇ। ਏਕੇ ਤੇ ਤੂੰ ਭਰੋਸਾ ਰੱਖ, ਵਿਦਿਅਕ ਅਦਾਰੇ ਸਾਡਾ ਹੱਕ, ਰੀਓਪਨ PU ਕੰਡਕਟ ਸੈਨੇਟ ਇਲੈਕਸ਼ਨ। ਤਾਂ ਇਹ ਜਿਹੜੇ ਦੋਨੇ ਤੁਸੀਂ ਪੋਸਟਰ ਪੜ੍ਹ ਰਹੇ ਹੋਵੋਗੇ ਤਾਂ ਇਹ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਵਿਦਿਆਰਥੀ ਆ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਕਰ ਰਹੇ ਨੇ। ਤਾਂ ਅਕਸਰ ਬਹੁਤ ਜ਼ਿਆਦਾ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ, ਤੁਹਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਇੱਕ ਬੇਬਾਕ ਹੋ ਕੇ ਜਿਹੜੀ ਲੜਕੀ ਹੈ ਬੜੀ ਗੱਲਬਾਤ ਕਰਦੀ ਨਜ਼ਰ ਆਉਂਦੀ ਹੈ ਪ੍ਰਸ਼ਾਸਨ ਦੇ ਬਾਰੇ ਤੇ ਸਮੇਂ ਦੀਆਂ ਸਰਕਾਰਾਂ ਦੇ ਬਾਰੇ ਵੀ। ਤਾਂ ਅਮਨ ਸਾਡੇ ਨਾਲ ਹੈ। ਅਮਨ, ਇਹ ਮੁੱਦਾ ਤੋਂ ਸ਼ੁਰੂ ਹੋਇਆ ਸੀ, ਉਸ ਤੋਂ ਪਹਿਲਾਂ ਵੀ ਤੁਸੀਂ ਲਗਾਤਾਰ ਆਵਾਜ਼ ਉਠਾਈ ਹੈ, ਚਾਹੇ ਜਾਂ ਕਰੋਨਾ ਦੀਆਂ ਜਿਹੜੀ ਮਿਸਯੂਜ਼ ਕਰਨਾ ਸਰਕਾਰ ਦੇ ਵੱਲੋਂ ਤੁਸੀਂ ਕਹਿੰਦੇ ਸੀ ਕਿ ਮਿਸਯੂਜ਼ ਹੋਇਆ ਕਰੋਨਾ ਦਾ, ਉਸ ਨੂੰ ਲੈ ਕੇ ਯੂਨੀਵਰਸਿਟੀ ਵੀ ਅਜੇ ਤੱਕ ਬੰਦ ਹੈ। ਕੀ ਹਜੇ ਤੱਕ ਜਿਹੜਾ ਦਬਾਅ ਪ੍ਰਸ਼ਾਸਨ ਦਾ ਵਿਦਿਆਰਥੀਆਂ ਨੂੰ ਘਰਾਂ ਦੇ ਵਿੱਚ ਮੋਬਾਈਲਾਂ ਦੇ ਉੱਪਰ ਹੀ ਸੀਮਿਤ ਕਰਕੇ ਰੱਖਣਾ ਉਹੀ ਹਜੇ ਬਣਿਆ ਹੋਇਆ? ਬਿਲਕੁਲ ਜੀ। ਅੱਜ ਜਦੋਂ ਹੁਣ ਤਾਂ ਕਰੋਨੇ ਦਾ ਇੰਨਾ ਕੁਛ ਰਿਹਾ ਵੀ ਨਹੀਂ, ਵੈਕਸੀਨ ਇਹਨਾਂ ਨੇ ਲਾਤੀਆਂ ਬਹੁਤੀ ਜ਼ਿਆਦਾ ਜਨਤਾ ਦੇ। ਦੂਸਰੀ ਗੱਲ ਸਭ ਤੋਂ ਵੱਡੀ ਵੀ ਜਦੋਂ ਅੱਜ ਹੁਣ ਸਾਰੇ ਵਿਦਿਅਕ ਅਦਾਰੇ ਖੁੱਲ੍ਹ ਗਏ, ਵਿਦਿਅਕ ਅਦਾਰੇ ਛੱਡੋ, ਅੱਜ ਸਿਨੇਮੇ, ਮਾਲ, ਜਿਮ, ਕਿਹੜੀ ਚੀਜ਼ ਆ ਜਿਹੜੀ ਅੱਜ ਬੰਦ ਹੈ? ਸਕੂਲ ਬੱਚਿਆਂ ਦੇ ਤੱਕ ਖੁੱਲ ਚੁੱਕੇ ਨੇ। ਉਸ ਵੇਲੇ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਸਪੈਸ਼ਲ ਆਰਡਰ ਕੱਢਿਆ ਵਾ ਵੀ ਚੰਡੀਗੜ੍ਹ ਦੇ ਸਕੂਲ ਅਤੇ ਕਾਲਜ ਯੂਨੀਵਰਸਿਟੀਆਂ ਖੋਲ੍ਹ ਦਿੱਤੇ ਜਾਣ, ਆਪਦੀ ਮਤਲਬ ਇਹ ਖੁੱਲ੍ਹਣ ਲਈ ਅਸੀਂ ਆਪ ਪਰਮਿਸ਼ਨ ਦਿੰਦੇ ਹਾਂ, ਉਸ ਵੇਲੇ ਵੀ ਯੂਨੀਵਰਸਿਟੀ ਨੂੰ ਬੰਦ ਰੱਖਿਆ ਜਾ ਰਿਹਾ। ਤਾਂ ਇੱਥੋਂ ਸਿੱਧਾ ਸਾਫ਼ ਸਪਸ਼ਟ ਹੁੰਦਾ ਵੀ ਇਹ ਸਿਆਸੀ ਏਜੰਡਾ ਵਾ ਵਾਈਸ ਚਾਂਸਲਰ ਦਾ। ਇਹ ਇਹਨਾਂ ਦੀ ਨੀਅਤ ਹੀ ਨਹੀਂ ਹੈ ਵੀ ਇਹ ਯੂਨੀਵਰਸਿਟੀ ਨੂੰ ਖੋਲ੍ਹਣਾ ਚਾਹੁੰਦੇ ਨੇ ਅੱਜ ਦੇ ਸਮੇਂ 'ਚ। ਕੀ ਲੱਗਦਾ ਫਿਰ ਤੁਸੀਂ ਲਗਾਤਾਰ ਪ੍ਰੋਟੈਸਟ ਵੀ ਕਰ ਰਹੇ ਹੋ, ਤਾਂ ਤੁਸੀਂ ਕਹਿ ਰਹੇ ਸੀ ਕਿ ਅੱਜ ਜਿਹੜਾ ਤੁਸੀਂ ਇਹ ਇੱਕ ਰੋਡ ਵੀ ਖਲਵਾਇਆ ਤੇ ਉਹਦੇ ਤਹਿਤ ਤੁਹਾਨੂੰ ਫੋਨ ਆ ਰਹੇ ਨੇ ਪ੍ਰਸ਼ਾਸਨ ਦੇ ਕਿ ਤੁਸੀਂ ਨਾ ਜਾਇਓ, ਨਹੀਂ ਤਾਂ ਅਸੀਂ ਜਿਹੜਾ ਕਾਰਵਾਈ ਕਰਾਂਗੇ। ਬਿਲਕੁਲ। ਅੱਜ ਜਦੋਂ ਕਾਲ ਦਿੱਤੀ ਗਈ ਇਹਦੀ ਵੀ ਅੱਜ ਵਿਦਿਆਰਥੀ ਆਪਦੇ ਏਕੇ ਦੇ ਦਮ ਉੱਤੇ ਜਿਹੜੇ ਨਜਾਇਜ਼ ਕਬਜ਼ੇ ਵਾਈਸ ਚਾਂਸਲਰ ਨੇ ਪਿਛਲੇ 2 ਸਾਲ ਤੋਂ 3 ਸਾਲ ਤੋਂ ਇਸ ਯੂਨੀਵਰਸਿਟੀ ਦੇ ਵਿੱਚ ਕਰਨੇ ਸ਼ੁਰੂ ਕੀਤੇ ਹੋਏ ਨੇ, ਉਹਨਾਂ ਨੂੰ ਵਿਦਿਆਰਥੀ ਆਪਣਾ ਪਹਿਲਾ ਕਦਮ ਚੱਕਦੇ ਹੋਏ ਅੱਜ ਉਹਦਾ ਇੱਕ ਪਹਿਲਾ ਨਜਾਇਜ਼ ਕਬਜ਼ਾ ਜਿਹੜਾ ਉਹਨੂੰ ਚੱਕਣਗੇ ਤੇ ਵਿਦਿਆਰਥੀ ਆਪਦੇ ਏਕੇ ਦੇ ਦਮ ਉੱਤੇ ਆ ਸਾਹਮਣੇ ਵਾਲੀ ਪੱਛਮ ਨੂੰ ਜਾਂਦੀ ਹੋਈ ਵਾਈਸ
ਚਾਂਸਲਰ ਦੇ ਦਫ਼ਤਰ ਤੋਂ ਸੜਕ ਜਿਹੜੀ ਉਹ ਖੁਲਵਾਉਣਗੇ। ਤੇ ਇਹਦੇ ਜਦੋਂ ਹੀ ਮੈਸੇਜ ਗਰੁੱਪਾਂ ਦੇ ਵਿੱਚ ਸਰਕੂਲੇਟ ਹੁੰਦਾ ਉਵੇਂ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ, ਚੰਡੀਗੜ੍ਹ ਪੁਲਿਸ ਵੱਲੋਂ ਤੇ ਦੂਸਰਾ ਯੂਨੀਵਰਸਿਟੀ ਦੀ ਸਿਕਿਉਰਿਟੀ, ਚੀਫ ਸਿਕਿਉਰਿਟੀ ਵੱਲੋਂ ਫੋਨ ਆਉਂਦਾ, ਕਹਿੰਦੇ ਵੀ ਇਹ ਬਹੁਤ ਗਲਤ ਕਰ ਰਹੇ ਹੋ ਤੁਸੀਂ, ਯੂਨੀਵਰਸਿਟੀ ਵਾਲਿਆਂ ਨੂੰ ਤੁਸੀਂ ਸਿੱਧੇ ਤਰੀਕੇ ਨਾਲ ਮੈਮੋਰੈਂਡਮ ਦੇ ਕੇ ਸਬਮਿਟ ਕਰੋ, ਤੁਹਾਨੂੰ ਐਕਸ਼ਨ ਨਹੀਂ ਲੈਣਾ ਚਾਹੀਦਾ, ਪਹਿਲਾਂ ਬੇਟਾ ਰਿਟਨ ਦੇ ਵਿੱਚ ਦਿਓ। ਫਿਰ ਉਹਨਾਂ ਨੂੰ ਇਹ ਗੱਲ ਦੱਸਦੇ ਹਾਂ ਅਸੀਂ ਜਦੋਂ ਪੁੱਟਾ ਜਿਹੜੀ ਟੀਚਰ ਐਸੋਸੀਏਸ਼ਨ ਆ ਉਹ 54 ਮੇਲਾਂ ਪਾ ਚੁੱਕੀ ਹੈ ਤੇ ਵਾਈਸ ਚਾਂਸਲਰ ਨੇ ਇੱਕ ਦਾ ਜਵਾਬ ਨਹੀਂ ਦਿੱਤਾ। ਜਦੋਂ ਵਿਦਿਆਰਥੀ ਪਿਛਲੇ 1.5 ਸਾਲ ਤੋਂ ਬਾਰ-ਬਾਰ ਆਨਲਾਈਨ ਤੋਂ ਲੈ ਕੇ ਆਫਲਾਈਨ ਮੇਲਾਂ ਪਾ ਰਹੇ ਨੇ, ਬਾਰ-ਬਾਰ ਇਹਨਾਂ ਨੂੰ ਮੈਮੋਰੈਂਡਮ ਦੇ ਰਹੇ, ਚਿੱਠੀਆਂ ਤਾਂ ਰੱਦੀ ਦੇ ਭਾਅ ਇਹ ਵੇਚ ਰਹੇ ਨੇ, ਵਿਦਿਆਰਥੀਆਂ ਦੀ ਕਿਸੇ ਚਿੱਠੀ ਉੱਤੇ ਕੋਈ ਕਾਰਵਾਈ ਅੱਜ ਤੱਕ ਨਹੀਂ ਹੋਈ। ਤਾਂ ਅਸੀਂ ਜਦੋਂ ਇਹ ਰੋਡ ਬੰਦ ਕੀਤਾ ਗਿਆ ਸੀ ਤਾਂ ਉਦੋਂ ਵਾਈਸ ਚਾਂਸਲਰ ਨੇ ਨੋਟਿਸ ਕੱਢ ਕੇ ਨਹੀਂ ਸੀ ਬੰਦ ਕੀਤਾ, ਉਹਨੇ ਆਪਣੇ ਆਪ ਥੋੜੇ ਦਿਨਾਂ ਦਾ ਨੋਟਿਸ ਦੇ ਕੇ ਵੀ ਰੋਜ਼ ਫੈਸਟੀਵਲ ਚੱਲ ਰਿਹਾ, ਫਿਰ ਉਸ ਤੋਂ ਬਾਅਦ ਪੱਕਾ ਇਹਨੂੰ ਬੰਦ ਹੀ ਕਰ ਦਿੱਤਾ। ਤੇ ਅੱਜ ਉਸ ਵਾਈਸ ਚਾਂਸਲਰ ਨੂੰ ਦਰਅਸਲ ਠੇਸ ਪਹੁੰਚ ਰਹੀ ਹੈ, ਜਿਵੇਂ ਮੋਦੀ ਨੂੰ ਠੇਸ ਪਹੁੰਚਦੀ ਹੈ ਕੋਈ ਕਦਮ ਪਿੱਛੇ ਚੱਕਦੇ ਹੋਏ, ਤਾਂ ਉਸ ਵਾਈਸ ਚਾਂਸਲਰ ਦਾ ਜਿਹੜਾ ਧੱਕਾ ਹੈ, ਜਿਹੜੀ ਉਹਦੀ ਈਗੋ ਹੈ, ਉਹ ਜਿਹੜੀ ਇੱਕ ਹੈਂਕੜ ਉਹਦੇ ਅੰਦਰ ਆਈ ਹੋਈ ਹੈ, ਤਾਨਾਸ਼ਾਹੀ ਹੈ ਉਹਦਾ ਵਿਦਿਆਰਥੀਆਂ ਨੇ ਅੱਜ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਵੀ ਇਹ ਯੂਨੀਵਰਸਿਟੀ ਦੀ ਇੱਕ ਸੜਕ ਨਹੀਂ ਖੁਲਵਾਈ, ਇਹ ਸਿੰਬੋਲਿਕ ਹੈ ਵੀ ਯੂਨੀਵਰਸਿਟੀ ਇਸੇ ਤਰ੍ਹਾਂ ਇਸੇ ਇੱਕ ਦੇ ਦਮ ਉੱਤੇ ਅਸੀਂ ਯੂਨੀਵਰਸਿਟੀ ਖੁਲਵਾਵਾਂਗੇ। ਸੈਨੇਟ ਦੇ ਵੀ ਲਗਾਤਾਰ ਇਲੈਕਸ਼ਨ ਆ ਜਿਹੜੇ ਉਹ ਪੋਸਟਪੋਨ ਹੋ ਰਹੇ ਨੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਉਹ ਰੱਦ ਹੋ ਰਹੇ ਨੇ। ਕੀ ਅਥਾਰਟੀ ਇਹ ਚਾਹ ਰਹੀ ਹੈ ਕਿ ਜਿਹੜੇ ਇਲੈਕਸ਼ਨ ਆ ਮੁਕੰਮਲ ਤੌਰ ਤੇ ਜਿਹੜੇ ਬੰਦ ਹੋ ਜਾਣ, ਸਿੱਧਾ ਜਿਹੜੇ ਮੈਂਬਰ ਉਹ ਨਾਮਜ਼ਦ ਕਰਨ ਉਹੀ ਸੈਨੇਟ ਦੇ ਵਿੱਚ ਬੈਠਣ? ਬਿਲਕੁਲ ਇਹੀ ਇੱਕੋ ਇੱਕ ਇੰਟੈਂਸ਼ਨ ਹੈ, ਇਹੀ ਨੀਅਤ ਇਹਨਾਂ ਦੀ। ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਜਦੋਂ ਕਸ਼ਮੀਰ 'ਚ 2-2.5 ਸਾਲ ਪਹਿਲਾਂ ਜਦੋਂ ਕਸ਼ਮੀਰ 'ਚ 370 ਹਟਾਈ ਗਈ ਸੀ, ਉਸ ਵੇਲੇ ਇਹਨਾਂ ਦਾ MP ਸੋਮ ਪ੍ਰਕਾਸ਼ ਭਰੀ ਸੈਨੇਟ ਦੇ ਵਿੱਚ ਜਦੋਂ ਆਪਦਾ ਬੰਦਾ ਨਿਯੁਕਤ ਨਾ ਕਰਵਾ ਸਕੇ, ਡੀਨ ਵਿਦਿਆਰਥੀ ਭਲਾਈ, ਉਸ ਵੇਲੇ ਇਹ ਗੱਲ ਆਖ ਕੇ ਗਏ ਸੀ, ਕਹਿੰਦੇ ਜੇ ਅਸੀਂ 370 ਖਤਮ ਕਰ ਸਕਦੇ ਹਾਂ ਅਸੀਂ ਸੈਨੇਟ ਖਤਮ ਕਰ ਸਕਦੇ ਹਾਂ। ਇਹ ਇਸ਼ਾਰਾ ਸੀ। ਦੂਸਰੀ ਗੱਲ, ਇਹਨਾਂ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਯੂਨੀਵਰਸਿਟੀ ਦੇ ਬੰਦ ਹੁੰਦੇ ਹੋਏ, ਸੈਨੇਟ ਦੀਆਂ ਚੋਣਾਂ ਜਦੋਂ ਬਾਰ-ਬਾਰ ਮੁਲਤਵੀ ਕਰ ਰਹੀ ਸੀ, ਉਸ ਕਮੇਟੀ ਨੇ ਗੱਲ ਆਖੀ ਹੈ ਵੀ ਜਿਹੜੀਆਂ ਆਹ ਗ੍ਰੈਜੂਏਟ ਕਨਸਟੀਟੂਐਂਸੀ ਦੀਆਂ ਚੋਣਾਂ ਹੁਣ ਇਸ ਵੇਲੇ ਇਹਨਾਂ ਨੇ ਰੱਦ ਕੀਤੀਆਂ ਨੇ, ਵੀ ਇਹ ਚੋਣਾਂ ਇਹਨੂੰ ਰੱਦ ਕਰ ਦਿੱਤਾ ਜਾਵੇ ਪੂਰੀ ਤਰ੍ਹਾਂ ਖਤਮ ਕਰਕੇ, ਇਹਦੀ ਥਾਂ ਤੇ ਨਾਮਜ਼ਦ ਕਰਨ ਬੰਦੇ, ਤੇ ਕੌਣ ਕਰੂਗਾ? ਉਹ RSS BJP ਵਾਲੇ ਬੰਦੇ ਕਰਨਗੇ। ਇਹ ਇਹਨਾਂ ਦਾ ਹੈ ਵੀ ਜਾਂ ਤਾਂ ਸੈਨੇਟ ਨੂੰ ਇਸ ਤਰ੍ਹਾਂ ਨਾਲ ਸੋਧ ਲਿਆ ਜਾਵੇ ਵੀ ਜਦੋਂ ਚੁਣ ਕੇ ਅਸੀਂ ਆ ਨਹੀਂ ਸਕਦੇ ਸੱਤਾ ਦੇ ਵਿੱਚ, 3.5 ਲੱਖ ਤੋਂ ਵੱਧ ਵੋਟਰ ਨੇ ਯੂਨੀਵਰਸਿਟੀ ਦੇ ਉਹ, ਤੇ ਉਹਨਾਂ ਦੇ ਜ਼ਰੀਏ ਜਦੋਂ ਸਾਨੂੰ ਪਤਾ ਵੀ ਅਸੀਂ ਕਿਸੇ ਵੀ ਹਾਲ ਦੇ ਵਿੱਚ ਇੱਥੇ ਪਹੁੰਚ ਨਹੀਂ ਸਕਦੇ, ਤਾਂ ਫਿਰ ਉਹ ਹੀ ਬਦਲ ਦਿਓ ਸੈਨੇਟ ਨੂੰ। ਜੇ ਨਹੀਂ ਬਦਲ ਸਕਦੇ ਫਿਰ ਅਸੀਂ ਉਹਨੂੰ ਖਤਮ ਕਰ ਦੇਵਾਂਗੇ। ਮਤਲਬ ਇਹਨਾਂ ਦੀਆਂ ਇੰਟੈਂਸ਼ਨ ਇਹੀ ਹੈ ਵੀ ਇਹਨੂੰ ਖਤਮ ਕਰਨ ਵੱਲ ਲੈ ਕੇ ਜਾਈਏ। ਕੀ ਚੱਲ ਰਿਹਾ, ਕਿਸ ਤਰ੍ਹਾਂ ਦੀ ਜਿਹੜੀ ਹੁਣ ਤੁਸੀਂ ਰਣਨੀਤੀ ਆ ਆਉਣ ਵਾਲੇ ਸਮੇਂ ਦੇ ਲਈ ਸੋਚ ਰਹੇ ਹੋ? ਸੈਨੇਟ ਦੇ ਮੈਂਬਰ ਵੀ ਨੇ, ਸਾਰੀਆਂ ਜਥੇਬੰਦੀਆਂ ਵੀ ਇਕੱਠੀਆਂ ਨੇ, ਇਹ ਜਿਹੜਾ ਰਸਤਾ ਇਹ ਵੀ ਖਲਵਾ ਲਿਆ ਗਿਆ, ਇੱਕ ਵਾਰੀ ਪਹਿਲਾਂ ਵੀ ਖਲਵਾਇਆ ਸੀ 2 ਦਿਨ ਪਹਿਲਾਂ ਹੀ, ਤਾਂ ਉਹਨਾਂ ਨੇ ਫਿਰ ਬੰਦ ਕਰ ਦਿੱਤਾ ਸੀ। ਹੋ ਸਕਦਾ ਕੱਲ ਨੂੰ ਫਿਰ ਇੱਥੇ ਬੈਰੀਕੇਡ ਲੱਗ ਜਾਣ, ਇਹ ਕੋਈ ਪੱਕਾ ਤਾਂ ਨਹੀਂ ਹੈ ਕਿ ਤੁਸੀਂ ਜਿਹੜਾ ਰਸਤਾ ਖਲਵਾ ਲਿਆ? ਕੋਈ ਗੱਲ ਨਹੀਂ, ਇਹ ਵਿਦਿਆਰਥੀਆਂ ਦੇਖ ਕੇ ਤੇ ਦਮ ਉੱਤੇ ਇੱਕ ਵਾਰ ਇਹਨਾਂ ਦੀ ਹੈਂਕੜ ਭੰਨੀ ਹੈ, ਇੱਕ ਵਾਰ ਰਸਤਾ ਖੁੱਲਿਆ, ਤੇ ਜੇ ਦੁਬਾਰਾ ਲਾਉਣਗੇ ਅਸੀਂ ਵਿਦਿਆਰਥੀ ਫਿਰ ਇਕੱਠੇ ਹੋ ਕੇ ਦੁਬਾਰਾ ਚੱਕ ਦੇਵਾਂਗੇ। ਮਤਲਬ ਵਿਦਿਆਰਥੀ ਆਪਦੀ ਥਾਂ ਜਿਹੜੀ ਅਸੀਂ ਰਿਕਲੇਮ ਕਰ ਲਈ ਹੈ, ਅਸੀਂ ਵਾਪਸ ਨਹੀਂ ਮੁੜਾਂਗੇ ਉੱਥੋਂ। ਤੁਸੀਂ ਗੱਲ ਕਰਦੇ ਹੋ ਕਿ ਪ੍ਰਸ਼ਾਸਨ ਅਥਾਰਟੀ ਹੈ ਜਿਹੜੀ ਇਹ ਕਹਿੰਦੀ ਆ ਕਿ ਮੈਮੋਰੈਂਡਮ ਦਿਓ, ਰਿਟਨ ਦੇ ਵਿੱਚ ਦਿਓ। ਬਹੁਤ ਵਾਰ ਮੈਂ ਜਿਹੜਾ ਇੱਥੇ ਨਿੱਜੀ ਤੌਰ ਤੇ ਦੇਖਿਆ ਕਿ ਵਿਦਿਆਰਥੀ ਪਹੁੰਚਦੇ ਨੇ ਮੈਮੋਰੈਂਡਮ ਦੇਣ ਦੇ ਲਈ ਵੀ ਅੰਦਰੋਂ, ਜਾਂ DSW ਜਾਂ ਵਾਈਸ ਚਾਂਸਲਰ ਤੱਕ ਪਹੁੰਚਾਉਣ ਦੇ ਲਈ ਵੀ ਇੱਥੇ ਜਿਹੜੇ ਪਹਿਲਾਂ ਨਾਅਰੇਬਾਜ਼ੀ ਕਰਨੀ ਪੈਂਦੀ ਹੈ। ਤਾਂ ਇਹ ਜਿਹੜਾ ਕਲਚਰ ਹੈ ਦਿਨੋਂ ਦਿਨ ਕਿਵੇਂ ਲੱਗਦਾ ਤੁਹਾਨੂੰ, ਪਹਿਲਾਂ ਨਾਲੋਂ ਹੋਰ ਵੱਧਦਾ ਜਾ ਰਿਹਾ? ਜਿਹੜੀ ਗੱਲ ਔਖੀ ਹੁੰਦੀ ਜਾ ਰਹੀ ਹੈ ਉੱਥੋਂ ਤੱਕ ਪਹੁੰਚਾਉਣੀ, ਜਾਂ ਫਿਰ ਲੱਗਦਾ ਕੁਝ ਪੋਸੀਬਿਲਿਟੀ ਹੈਗੀ ਹੈ ਜੀ ਵੀ? ਬਿਲਕੁਲ ਸਹੀ ਹੈ ਮਨਪ੍ਰੀਤ। ਜਦੋਂ 3 ਸਾਲੇ ਤੋਂ ਪਹਿਲਾਂ ਵਾਲਾ ਜਿਹੜਾ VC ਰਹਿ ਕੇ ਗਿਆ ਉਹ ਵੀ ਕੋਈ ਬਹੁਤਾ ਚੰਗਾ ਨਹੀਂ ਸੀ, ਪਰ ਉਹ ਘੱਟੋ ਘੱਟ ਕਦੇ ਕਦਾਈ ਮੂੰਹ ਤਾਂ ਦਿਖਾ ਲੈਂਦਾ ਸੀ ਵਿਦਿਆਰਥੀਆਂ ਨੂੰ, ਕਦੇ ਕਦਾਈ ਭੁੱਲਿਆ ਭਟਕਾ ਇੱਧਰ ਉੱਧਰੋਂ ਲੰਘਦਾ ਜਾਂਦਾ ਸੀ। ਇਹ ਤਾਂ ਉੱਥੋਂ ਆਪਦੇ ਘਰੋਂ ਹੀ ਨਹੀਂ ਨਿਕਲਿਆ ਪਿਛਲੇ 8 ਮਹੀਨਿਆਂ 'ਚ, ਜੋ ਸਾਨੂੰ ਪਤਾ ਚੱਲਿਆ ਘਰੋਂ ਹੀ ਆਪਰੇਟ ਕਰ ਰਿਹਾ, ਘਰ ਨੂੰ ਪੂਰਾ ਕਿਲਾਬੰਦੀ ਕੀਤੀ ਹੋਈ ਹੈ। ਉਹਦੀ ਇੱਕ ਵੀਡੀਓ ਜ਼ਰੂਰ ਪਾਉਣੀ ਚਾਹੀਦੀ ਹੈ ਵੀ ਕਿਵੇਂ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨੂੰ ਐਡਾ ਵੱਡਾ ਖਤਰਾ ਹੋ ਗਿਆ ਵੀ ਸੂਲਾਂ ਹਰ ਥਾਂ ਦੇ ਉੱਤੇ ਲਾਈਆਂ ਪਈਆਂ ਨੇ, ਤੇ ਘਰੋਂ ਨਿਕਲਣਾ ਨਹੀਂ, ਵਿਦਿਆਰਥੀਆਂ ਦੇ ਲਈ ਕੁਝ ਕਰਨਾ ਨਹੀਂ। ਤੇ ਇਸ ਵੇਲੇ ਇਹਨਾਂ ਨੇ ਇੱਕੋ ਨੀਤੀ ਅਪਣਾਈ ਹੈ ਜੋ ਮੋਦੀ ਕਰ ਰਿਹਾ ਵੀ ਸੁਣੋ ਹੀ ਨਾ, ਅਣਸੁਣਾ ਹੀ ਕਰ ਦੋ, ਆਪਦੀਆਂ ਅੱਖਾਂ ਕੰਨ ਬੰਦ ਕਰਕੇ ਬੈਠੇ ਰਹੋ ਜਿੱਥੇ ਬੈਠੇ ਆ, ਉਹੀ ਇਹ ਕਰ ਰਿਹਾ। ਪਰ ਸ਼ਾਇਦ ਹੁਣ ਸਾਡੇ ਵੀ ਸਬਰ ਦਾ ਬੰਨ ਟੁੱਟ ਰਿਹਾ, ਅਸੀਂ ਵੀ ਹੁਣ ਮੈਮੋਰੈਂਡਮ ਨਹੀਂ ਦੇਵਾਂਗੇ, ਅਸੀਂ ਚੇਤਾਵਨੀਆਂ ਦੇ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਾਂਗੇ। ਅਸੀਂ ਹੁਣ ਵਿਦਿਆਰਥੀ ਨੇ, ਵਿਦਿਆਰਥੀਆਂ ਦੀ ਯੂਨੀਵਰਸਿਟੀ ਹੈ। ਅੱਜ ਕਹਿ ਰਹੇ ਸੀ ਕਹਿੰਦੇ ਕੇਸ ਪਾਵਾਂਗੇ, ਕਿਸ ਗੱਲ ਦਾ ਕੇਸ ਹੋ ਸਕਦਾ? ਮਤਲਬ ਸ਼ਰਮ ਹੋਣੀ ਚਾਹੀਦੀ, ਕਹਿੰਦੇ ਹੋਏ ਵੀ ਕੇਸ ਪਾਇਆ ਜਾਊਗਾ। ਗਮਲੇ ਹਟਾਉਣੇ ਆ ਤੇ ਨਜਾਇਜ਼ ਕਬਜ਼ਾ ਹਟਾਉਣਾ ਹੈ, ਸੜਕਾਂ ਤੁਸੀਂ ਰੋਕੀਆਂ ਨੇ, ਤੁਹਾਡੇ ਤੇ ਹੋਣਾ ਚਾਹੀਦਾ ਕੇਸ ਵੀ। 1.5 ਸਾਲ ਤੋਂ ਵਿਦਿਆਰਥੀਆਂ ਨੂੰ ਉਹਨਾਂ ਦੀ ਯੂਨੀਵਰਸਿਟੀ ਨੂੰ
ਵਰਤਣ ਤੋਂ ਵਾਂਝੇ ਰੱਖ ਰਹੇ ਹੋ ਤੁਸੀਂ, ਇੱਕ ਰਸਤਾ ਬਲੌਕ ਕਰ ਰਹੇ ਹੋ ਕਿਸੇ ਦਾ ਪਬਲਿਕ ਰਸਤਾ। ਪ੍ਰਸ਼ਾਸਨ ਕਿਸਾਨ ਚਾਹੇ ਕਹਿੰਦੇ ਸੀ ਅਸੀਂ ਸ਼ਾਂਤਮਈ ਆ, ਪਰ ਉਹਨਾਂ ਦੇ ਵੀ 307 ਦੇ ਪਰਚੇ ਪੈਂਦੇ। ਤੁਹਾਨੂੰ ਵੀ ਹੋ ਸਕਦਾ ਸਾਹਮਣਾ ਕਰਨਾ ਪੈ ਸਕਦਾ ਆਉਣ ਵਾਲੇ ਦਿਨਾਂ 'ਚ। ਪਰ ਹੁਣ ਇਸ ਦਾ ਮਤਲਬ ਇਹ ਥੋੜੀ ਵੀ ਬੰਦਾ ਡਰ ਕੇ ਬੈਠ ਜਾਊਗਾ, ਜੋ ਇਹ ਕਰਨਾ ਚਾਹੁੰਦੇ ਨੇ ਵੀ ਵਿਦਿਆਰਥੀਆਂ ਦੇ ਉੱਤੇ ਹਰ ਵਾਰ ਇਹੀ ਹੈ। ਧਰਨੇ ਤੇ ਤੁਸੀਂ ਯੂਨੀਵਰਸਿਟੀ ਦਾ ਅਸੀਂ ਵਿਦਿਆਰਥੀਆਂ ਨੇ ਮਿਲ ਕੇ ਲਾਇਬ੍ਰੇਰੀ ਦਾ ਲੋਕ ਤੋੜ ਕੇ ਅੰਦਰ ਵੜੇ ਸੀਗੇ, ਕਿਉਂਕਿ ਇਹ ਖੋਲ ਨਹੀਂ ਸੀ ਰਹੇ ਲਾਇਬ੍ਰੇਰੀ। 10 ਦਿਨ ਹੋ ਗਏ ਸੀ ਬੈਠਿਆਂ ਨੂੰ। ਜਦੋਂ ਲੋਕ ਤੋੜ ਕੇ ਅੰਦਰ ਵੇ ਉਦੋਂ ਕਹਿੰਦੇ ਤੁਹਾਡੇ ਤਾਲਾ ਤੋੜਨ ਦਾ ਅਸੀਂ ਉਹ ਲਾਵਾਂਗੇ ਕੇਸ। ਫਿਰ ਉਸ ਤੋਂ ਬਾਅਦ ਕੋਈ ਹੋਰ ਕੁਝ ਵੀ ਨਿੱਕਾ ਮੋਟਾ ਕੁਝ ਕਰਨਾ ਹੁੰਦਾ ਅਸੀਂ ਤੁਹਾਡੇ ਉੱਤੇ ਕੇਸ ਪਾਵਾਂਗੇ। ਕੇਸਾਂ ਤੋਂ ਨਹੀਂ ਡਰਨਾ ਚਾਹੀਦਾ। ਕੇਸ ਪਾਉਣੇ ਅਸਲ ਵਿੱਚ ਉਹਨਾਂ ਤੇ ਚਾਹੀਦੇ ਨੇ ਜਿਹੜੇ ਅਪਰਾਧੀ ਨੇ, ਪਰ ਇਹਨਾਂ ਨੇ ਪੁਲਿਸ ਸਿਰਫ ਇਸ ਕੰਮ ਲਈ ਰੱਖੀ ਹੋਈ ਹੈ ਵੀ ਜਿਹੜੇ ਕਿਤੇ ਜਿੱਥੇ ਕਿਤੇ ਹੱਕ ਮੰਗਦੇ ਨੇ ਅੱਜ ਉਹਨਾਂ ਉੱਤੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਵੇ, ਤਾਈਓ ਜੇਲ੍ਹਾਂ ਦੇ ਵਿੱਚ ਅਪਰਾਧੀ ਘੱਟ ਤੇ ਇਹੋ ਜਿਹੇ ਬੰਦੇ। ਕਾਰਨ ਕੀ ਹੈ? ਪੰਜਾਬੀ ਯੂਨੀਵਰਸਿਟੀ, ਪੰਜਾਬ ਦੀ ਜਿਹੜੀ ਰੀਜਨਲ ਯੂਨੀਵਰਸਿਟੀ ਹੈ, ਉਹ ਪਿਛਲੇ 8 ਮਹੀਨਿਆਂ ਤੋਂ ਜਿਹੜੀ ਕੰਮ ਕਰ ਰਹੀ ਹੈ। ਵਿਦਿਆਰਥੀ ਉੱਥੇ ਹੈਗੇ ਨੇ, ਓਪਨ ਹੈ ਯੂਨੀਵਰਸਿਟੀ ਵਿਦਿਆਰਥੀਆਂ ਦੇ ਲਈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਰਨ ਕੀ ਹੈ ਐਸਾ ਕਿ ਇਹ ਯੂਨੀਵਰਸਿਟੀ ਦੇ ਜਿਹੜੇ ਗੇਟ ਆ ਵਿਦਿਆਰਥੀਆਂ ਲਈ ਹਜੇ ਵੀ ਬੰਦ ਨੇ? ਪਹਿਲਾ ਕਾਰਨ ਇਹ ਆ ਵੀ ਇੱਕ ਸਾਊ ਪੁੱਤ ਭਾਇਆ ਹੋਇਆ ਇਹਨਾਂ ਨੇ ਅੰਦਰ ਕਰੋਨਾ, ਜਿਹੜਾ ਮੁੱਕਦਾ ਹੀ ਨਹੀਂ। ਜਿਹੜਾ ਹੁਣ ਵੀ ਇਹਨਾਂ ਨੇ ਕਿਹਾ ਇਹੀ ਹੈ ਵੀ ਸੈਨੇਟ ਦੀਆਂ ਚੋਣਾਂ ਸਤੰਬਰ ਦੇ ਦੂਜੇ ਹਫਤੇ ਹੋਣਗੀਆਂ, ਪਰ ਇਹਨਾਂ ਨੂੰ ਇਹੀ ਉਮੀਦ ਹੈ ਵੀ ਤੀਜੀ ਵੇਵ ਉਹ ਲੈ ਕੇ ਆਊਗਾ ਤੇ ਉਦੋਂ ਫਿਰ ਚੋਣਾਂ ਅਸੀਂ ਰੱਦ ਕਰਾਵਾਂਗੇ ਬਹਾਨੇ ਨਾਲ। ਉਸ ਯੂਨੀਵਰਸਿਟੀ ਕਿਵੇਂ ਖੁੱਲੀ ਆ ਉਹ ਅਸੀਂ ਇੱਥੋਂ ਵਾਲੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਵੀ ਉਹ ਦੇਖੋ ਜਾ ਕੇ ਖੋਲੀ ਕਿਵੇਂ ਉਹਨਾਂ ਨੇ। ਉਹ ਨਵੰਬਰ ਦੇ ਵਿੱਚ ਧਰਨੇ ਲਾਉਣੇ ਉਹਨਾਂ ਨੇ ਸ਼ੁਰੂ ਕਰਤੇ ਸੀ ਤੇ ਥੋੜੇ ਦਿਨਾਂ ਦੇ ਅੰਦਰ ਵਿਦਿਆਰਥੀ ਆਪਣੇ ਘਰਾਂ ਚੋਂ ਬੈਗ ਚੱਕ ਕੇ ਅੱਗੇ ਆਪਦੇ ਹੋਸਟਲਾਂ 'ਚ ਕਮਰੇ ਖੋਲ ਕੇ ਅੰਦਰ ਬੈਠ ਗਏ ਸੀ। ਆਏ ਖੁਲਵਾਈ ਉਹਨਾਂ ਨੇ ਯੂਨੀਵਰਸਿਟੀ। ਉਹਨਾਂ ਦੀ ਫੇਰ ਦੁਬਾਰਾ ਕਹਿੰਦੇ ਸੈਕਿੰਡ ਵੇਵ ਆ ਗਈ, ਆਨਲਾਈਨ ਕਲਾਸਾਂ ਲੱਗ ਰਹੀਆਂ, ਤਾਂ ਵਿਦਿਆਰਥੀ ਆਪਦੇ ਹੋਸਟਲ ਦੇ ਕਮਰਿਆਂ 'ਚ ਬੈਠ ਕੇ ਆਨਲਾਈਨ ਕਲਾਸਾਂ ਲਾ ਰਹੇ ਸੀ। ਲਾਇਬ੍ਰੇਰੀ ਬੰਦ ਨਹੀਂ ਉਹਨਾਂ ਨੇ ਹੋਣ ਦਿੱਤੀ। ਮੈਨੂੰ ਲੱਗਦਾ ਵੀ ਉਹ ਵਿਦਿਆਰਥੀਆਂ ਦੇ ਏਕਤੇ ਦੀ ਜਿੱਤ ਹੈ ਤੇ ਇਸ ਯੂਨੀਵਰਸਿਟੀ ਨੂੰ ਵੀ ਆਈ ਖੁਲਵਾਉਣਾ ਪੈਣਾ। 1.5 ਸਾਲ ਹੋ ਗਏ, ਇਹਨਾਂ ਦਾ ਕੋਈ ਪਲਾਨ ਨਹੀਂ, ਕੋਈ ਇਰਾਦੇ ਨਹੀਂ ਵੀ ਯੂਨੀਵਰਸਿਟੀ ਨੂੰ ਖੋਲ੍ਹਿਆ ਜਾਵੇ। ਖੁਲਵਾਉਣ ਦੇ ਲਈ ਵਿਦਿਆਰਥੀਆਂ ਨੂੰ ਆਪ ਆਪਣੀਆਂ ਯੂਨੀਵਰਸਿਟੀਆਂ ਕਲਾਸਾਂ ਨੂੰ ਆਪਣੇ ਹੋਸਟਲਾਂ ਨੂੰ ਆ ਕੇ ਖੋਲ ਕੇ ਅੰਦਰ ਬੈਠਣਾ ਪੈਣਾ। ਅਮਨ, ਬਹੁਤ ਵੱਡੀ ਯੂਨੀਵਰਸਿਟੀ ਹੈ। ਉਧਰੋਂ ਆਰਟਸ ਡਿਪਾਰਟਮੈਂਟ ਸ਼ੁਰੂ ਹੋ ਜਾਂਦੇ ਨੇ, ਇੱਧਰੋਂ ਸਾਰੀ ਸਾਇੰਸ ਸ਼ੁਰੂ ਹੁੰਦੀ ਹੈ, ਉਧਰਲੇ ਪਾਸੇ ਫਿਰ ਕੈਮੀਕਲ, ਇੱਧਰ ਵੀ ਕੈਮੀਕਲ ਦਾ ਇੱਕ ਡਿਪਾਰਟਮੈਂਟ ਹੈ, ਫਿਰ ਮੈਥ, ਸਾਰੇ ਉਧਰ ਡਿਪਾਰਟਮੈਂਟ ਆ ਜਾਂਦੇ ਨੇ। ਉਸ ਤੋਂ ਬਾਅਦ ਇੰਜੀਨੀਅਰਿੰਗ ਆ ਜਾਂਦੀ ਹੈ ਪਰਲੇ ਪਾਸੇ 25 ਵਾਲੇ ਕੈਂਪਸ ਦੇ ਵਿੱਚ। ਬਹੁਤ ਵਿਦਿਆਰਥੀ ਨੇ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨੇ। ਕੀ ਸਮਝਣਾ ਚਾਹੀਦਾ ਇਹਨਾਂ ਹਾਲਾਤਾਂ ਨੂੰ? ਯੂਨੀਵਰਸਿਟੀ ਬੰਦ ਹੈ, ਹੋਸਟਲ ਬੰਦ ਨੇ, ਕਿਸ ਤਰ੍ਹਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ? ਤੁਸੀਂ ਕੀ ਕਹਿਣਾ ਚਾਹੋਗੇ ਯੂਨੀਵਰਸਿਟੀ ਦੇ ਵਿੱਚ ਖੜੇ ਹੋ ਕੇ? ਅਸੀਂ ਇਹ ਕਹਿੰਦੇ ਆ ਵੀ ਵਿਦਿਆਰਥੀ ਜਿੰਨੇ ਵੱਧ ਨੇ, ਵਿਦਿਆਰਥੀਆਂ ਦੀ ਤਾਕਤ ਵੀ ਓਡੀ ਵੱਡੀ ਹੈ। ਅਸੀਂ ਇਹਨਾਂ ਨੂੰ ਫੀਸਾਂ ਇੱਥੇ ਆਨਲਾਈਨ ਬੈਠ ਕੇ ਪੜ੍ਹਨ ਲਈ ਨਹੀਂ ਦਿੱਤੀਆਂ। ਅਸੀਂ ਆਨਲਾਈਨ ਡਿਗਰੀਆਂ YouTube ਯੂਨੀਵਰਸਿਟੀ ਤੋਂ ਡਿਗਰੀਆਂ ਜ਼ਿਆਦਾ ਵਧੀਆ ਮਿਲ ਸਕਦੀਆਂ ਮੈਨੂੰ ਲੱਗਦਾ ਫਿਰ, ਜੇ ਤੁਸੀਂ ਆਨਲਾਈਨ ਹੀ ਪੜ੍ਹਾਈ ਕਰਨੀਆਂ ਵਾ ਤਾਂ। ਇਸ ਕਰਕੇ ਇਹ ਵਿਹਲੇ ਬੈਠ ਕੇ ਜਿਹੜੇ ਪ੍ਰੋਫੈਸਰ ਵੀ ਖਾਣ ਦੇ ਆਦੀ ਹੋ ਚੁੱਕੇ ਨੇ, ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਵੀ ਵਿਦਿਆਰਥੀਆਂ ਦੇ ਭਵਿੱਖ ਨਾਲ ਕਿੱਡਾ ਵੱਡਾ ਖਿਲਵਾੜ ਹੋ ਰਿਹਾ। ਇਸ ਯੂਨੀਵਰਸਿਟੀ ਦੇ ਵਿੱਚ MSc BSc ਸਾਇੰਸਸ ਦੇ ਬੋਟਨੀ ਦੇ ਸਟੂਡੈਂਟ ਦੱਸਦੇ ਆ, ਕਹਿੰਦੇ ਸਾਨੂੰ ਪਲਾਂਟਸ ਦੀਆਂ ਫੋਟੋਆਂ ਦਿਖਾ ਕੇ ਸਾਡੇ ਪ੍ਰੈਕਟੀਕਲ ਹੋ ਰਹੇ ਨੇ ਜਿਹੜੇ 4-4 ਘੰਟੇ ਲਾਉਂਦੇ ਆ। ਫਿਜ਼ਿਕਸ ਦੇ ਸਟੂਡੈਂਟ ਦੱਸਦੇ ਆ ਵੀ ਕੋਈ ਆਨਲਾਈਨ ਸੌਫਟਵੇਅਰ ਆ, ਉਹਦੇ ਉੱਤੇ ਵੈਲਿਊ ਭਰੋ, ਸਾਰਿਆਂ ਦਾ ਆਨਸਰ ਸੇਮ ਨਿਕਲ ਰਿਹਾ। ਇਹ ਮਜ਼ਾਕ ਹੋ ਰਿਹਾ ਪੜ੍ਹਾਈ ਦੇ ਨਾਲ, ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ। ਸਭ ਨੂੰ ਪਤਾ ਵੀ ਪੜ੍ਹਾਈਆਂ ਇਹ ਸਬਜੈਕਟਾਂ ਦੀ ਆਨਲਾਈਨ ਨਹੀਂ ਹੋ ਸਕਦੀਆਂ, ਫਿਰ ਵੀ ਆਨਲਾਈਨ ਕਰਾਈਆਂ ਜਾ ਰਹੀਆਂ। ਇੱਥੇ MPhil ਦੇ ਵਿਦਿਆਰਥੀ ਨੇ, ਉਹਨਾਂ ਨੂੰ ਹੋਸਟਲ ਨਹੀਂ ਮਿਲ ਰਿਹਾ, 1.5 ਸਾਲ ਤੋਂ ਧੱਕੇ ਖਾ ਰਹੇ ਨੇ। ਉਹਨਾਂ ਨੂੰ ਕਿਹਾ ਜਾ ਰਿਹਾ, ਕਹਿੰਦੇ ਵੀ 3-4 ਮਹੀਨੇ ਤੇ ਰਹਿ ਗਏ, ਕਹਿੰਦੇ ਘਰੇ ਬੈਠ ਕੇ ਕੀਤਾ ਜਾ ਸਕਦਾ। ਪਰ ਇਹਨਾਂ ਪ੍ਰੋਫੈਸਰਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਹਾਡੇ ਵਾਂਗੂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਕੋਈ ਬਹੁਤੇ ਪੈਸੇ ਨਹੀਂ ਨਾ ਕੁੱਟਦੇ 1.5 ਲੱਖ ਰੁਪਇਆ ਵਿਹਲੇ ਬੈਠ ਕੇ। ਉਹ ਆਮ ਕਾਮਿਆਂ ਦੇ ਆਮ ਘਰਾਂ ਚੋਂ ਆਏ ਧੀ ਪੁੱਤ ਨੇ, ਜਿਨ੍ਹਾਂ ਨੇ ਘਰੇ ਬੈਠ ਕੇ ਫਿਰ ਕੰਮ ਵੀ ਘਰ ਦੇ ਕਰਾਉਣੇ ਹੁੰਦੇ ਆ, ਪਸ਼ੂ ਡੰਗਰ ਵੀ ਸਾਂਭਣਾ ਹੁੰਦਾ ਜਾਂ ਹੋਰ ਘਰ ਦੇ ਕੰਮਾਂ ਵਿੱਚ ਰੁੱਝੇ ਹੁੰਦੇ। ਇਸ ਕਰਕੇ ਘਰੇ ਬੈਠ ਕੇ ਉਹ ਮਾਹੌਲ ਨਹੀਂ ਮਿਲ ਸਕਦਾ ਜਿੱਥੇ ਬੈਠ ਕੇ ਤੁਸੀਂ ਆਪਦੀ ਥੀਸਿਸ ਲਿਖ ਸਕੋ, ਜਿੱਥੇ ਬੈਠ ਕੇ MPhil PhDਆਂ ਕੀਤੀਆਂ ਜਾ ਸਕਦੀਆਂ। ਸਾਨੂੰ ਲਾਇਬ੍ਰੇਰੀ ਕਿਤਾਬਾਂ ਵੀ ਚਾਹੀਦੀਆਂ ਨੇ, ਅਸੀਂ ਖਰੀਦ ਨਹੀਂ ਸਕਦੇ ਏਡਾ ਵੱਡਾ ਜਿਹੜਾ ਭੰਡਾਰ ਤੁਸੀਂ ਬਣਾ ਕੇ ਰੱਖਿਆ। ਜੇ ਅਸੀਂ ਘਰੇ ਬੈਠ ਕੇ MPhil ਨਾ ਕਰਨੀ ਆ, ਫਿਰ ਇਹ ਕਾਹਦੇ ਲਈ? ਫਿਰ ਤੁਸੀਂ ਤਨਖਾਹ ਕਿਉਂ ਲੈ ਰਹੇ ਹੋ? ਮੈਨੂੰ ਲੱਗਦਾ ਤਾਂ ਜਿੱਦਣ ਟੀਚਰਾਂ ਦੀ ਤਨਖਾਹ ਅੱਧੀ ਕਰ ਦਿੱਤੀ ਜਾਵੇ, ਮੈਨੂੰ ਲੱਗਦਾ ਉਹ ਤੋਂ ਅਗਲੇ ਦਿਨ ਯੂਨੀਵਰਸਿਟੀ ਪੱਕੀ ਖੁੱਲੀ ਲਓ। ਇਹ ਗਰੰਟੀ ਹੈ, ਮੈਂ ਅੱਜ ਕਹਿੰਦੀ ਹਾਂ। ਫਾਲਟ ਹੈਗਾ ਇਹ ਜਿਹੜਾ ਨੁਕਸ ਜਾਂ ਜਿਹੜੀ ਕਮੀ ਜਾਂ ਜਿਹੜੀ ਘਾਟ ਹੈ ਉਹ ਇੱਥੋਂ ਦੇ ਅਧਿਆਪਕਾਂ ਦੇ ਵਿੱਚ ਵੀ ਹੈ ਕਿ ਉਹ ਵਿਦਿਆਰਥੀਆਂ ਦੇ ਨਾਲ ਖੜੇ ਨਹੀਂ। ਇਹ ਵੀ ਉਹਨਾਂ ਨੂੰ ਵੀ ਲੱਗਦਾ ਇਹ ਸਾਊ ਪੁੱਤ, ਜਿਹੜਾ ਤੁਸੀਂ ਸਾਊ ਪੁੱਤ ਅਕਸਰ ਕਰੋਨਾ ਨੂੰ ਕਹਿੰਦੇ, ਉਹਨਾਂ ਨੂੰ ਵੀ ਰਾਸ ਆਇਆ ਹੋਇਆ। ਬਿਲਕੁਲ ਰਾਸ ਆਇਆ ਹੋਇਆ। ਉਂਗਲੀਆਂ ਤੇ ਗਿਣਨ ਜੋਗੇ ਅਧਿਆਪਕ ਨੇ ਜਿਹੜੇ ਅੱਜ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆ ਕੇ ਇੱਥੇ ਕੁਝ ਬੋਲਦੇ ਨੇ, ਉਂਗਲੀਆਂ ਤੇ। ਮੈਨੂੰ ਲੱਗਦਾ ਉਹ ਵੀ ਪੂਰੇ ਨਹੀਂ ਹੋਣੇ। ਬਹੁਤ ਥੋੜੇ ਗਿਣਤੀ ਦੇ ਅਧਿਆਪਕ ਨੇ ਜਿਨ੍ਹਾਂ ਦੇ ਜ਼ਮੀਰ ਜਾਗਦੇ ਨੇ, ਬਾਕੀ ਸਾਰੇ ਚੁੱਪ ਕਰਕੇ ਬੈਠੇ ਨੇ ਇਸ ਵੇਲੇ। ਉਹ ਵਾਈਸ ਚਾਂਸਲਰ ਦੇ ਡਰ ਤੋਂ ਹੋ ਸਕਦਾ, ਉਹ ਕੋਈ ਹੋਰ ਕਾਰਨ ਹੋ ਸਕਦਾ, ਪਰ ਘੱਟੋ ਘੱਟ ਸਾਹਮਣੇ ਆ ਕੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਬੋਲ ਨਹੀਂ ਰਹੇ। ਉਹ ਇਹ ਨਹੀਂ ਕਹਿ ਰਹੇ ਵੀ ਕਿੱਡਾ ਵੱਡਾ ਖਿਲਵਾੜ ਹੋ ਰਿਹਾ ਵਾ। ਇਹ ਬੋਲਣਾ ਚਾਹੀਦਾ ਉਹਨਾਂ ਨੂੰ ਵੀ। ਅਮਨ, ਹੁਣ ਡੇ ਨਾਈਟ ਦਾ ਜਿਹੜਾ ਚੱਲ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ, ਵਿਦਿਆਰਥੀ ਬੈਠਦੇ ਨੇ, ਚਾਹੇ ਸੈਨੇਟ ਵਾਲੇ ਨੇ ਉਹਦੀ ਡਿਮਾਂਡ ਨੂੰ ਲੈ ਕੇ ਜਾਂ ਰੀਓਪਨ ਦੀ ਡਿਮਾਂਡ ਨੂੰ ਲੈ ਕੇ। ਆਖਰੀ ਸਵਾਲ ਹੈ,
ਕੀ ਹੁਣ ਰੀਓਪਨ ਕਰਵਾ ਕੇ ਉੱਠੋਗੇ ਜਾਂ ਫਿਰ ਕੋਈ ਨੈਗੋਸ਼ੀਏਸ਼ਨ ਆ ਉਹਦੇ ਤੇ ਸਮਝੌਤਾ ਕਰਕੇ ਤੁਸੀਂ ਜਿਹੜਾ ਆਪਣਾ ਪ੍ਰੋਟੈਸਟ ਖਤਮ ਕਰ ਲਓ? ਨਹੀਂ, ਸਾਡਾ ਇਹੀ ਹੈ ਵੀ ਇਸ ਸਮੈਸਟਰ ਦੇ ਵਿੱਚ ਹਰ ਹਾਲ ਦੇ ਵਿੱਚ ਯੂਨੀਵਰਸਿਟੀ ਨੂੰ ਅਸੀਂ ਖੁਲਵਾ ਕੇ ਹੀ ਰਹਾਂਗੇ, ਚਾਹੇ ਜੋ ਮਰਜ਼ੀ ਹੋ ਜੇ। ਵਿਦਿਆਰਥੀ ਇਸ ਸਮੈਸਟਰ, ਕਿਉਂਕਿ ਇਹ ਇੱਕ ਵਾਰ ਤਾਂ ਫੈਸਲਾ ਲੈਣਾ ਪੈਣਾ, ਇੱਕ ਵਾਰ ਤਾਂ ਇਕੱਠੇ ਹੋ ਕੇ ਲੜਨਾ ਪੈਣਾ ਤੇ ਹੰਬਲਾ ਮਾਰੇ ਬਿਨਾ ਨਹੀਂ ਹੋ ਸਕਦਾ। ਸਾਰਿਆਂ ਦੇ ਸਾਥ ਤੋਂ ਬਿਨਾ ਇਹ ਸੰਭਵ ਨਹੀਂ ਹੈ। ਇਸ ਕਰਕੇ ਵਿਦਿਆਰਥੀਆਂ ਨੂੰ ਵੱਡੀ ਅਪੀਲ ਹੈ ਵੀ ਘਰਾਂ ਦੇ ਵਿੱਚ ਬੈਠੇ ਬੈਠੇ ਬਹੁਤ ਸਮਾਂ ਲੰਘ ਚੁੱਕਿਆ, 1.5 ਸਾਲ ਲੰਘ ਗਿਆ। ਬਹੁਤੇ ਤਾਂ ਇਹੋ ਜਿਹੇ ਵੀ ਨੇ ਜਿਨ੍ਹਾਂ ਦੀ ਐਮਏ ਖਤਮ ਹੋ ਜਾਣੀਆਂ ਜਾਂ 2-2 ਸਾਲ ਦੀਆਂ ਡਿਗਰੀਆਂ ਨੇ, ਉਹਨਾਂ ਨੇ ਘਰੇ ਬੈਠ ਕੇ ਬਿਨਾਂ ਯੂਨੀਵਰਸਿਟੀ ਦਾ ਮੂੰਹ ਦੇਖੇ ਹੀ ਆਪਦੀਆਂ ਪੂਰੀਆਂ ਫੀਸਾਂ ਵਸੂਲੀਆਂ ਗਈਆਂ, ਉਹਨਾਂ ਤੋਂ ਐਗਜ਼ਾਮੀਨੇਸ਼ਨ ਫੀਸਾਂ 5-5 ਹਜ਼ਾਰ ਵਸੂਲੀਆਂ ਗਈਆਂ। ਹਾਸੋ ਹੀ ਨਹੀਂ ਗੱਲ ਹੈ, ਕਈ ਵਾਰੀ ਵਿਦਿਆਰਥੀ ਡਿਪਾਰਟਮੈਂਟ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਦੱਸਣਾ ਪੈਂਦਾ ਵੀ ਮੈਂ ਤੁਹਾਡੇ ਡਿਪਾਰਟਮੈਂਟ ਤੋਂ ਜਿਹੜਾ ਐਮਏ ਕਰ ਰਿਹਾ ਤਾਂ ਮੈਂ ਦੂਜੇ ਸਾਲ ਦੇ ਵਿੱਚ। ਬਿਲਕੁਲ ਬਿਲਕੁਲ, ਪਤਾ ਹੀ ਨਹੀਂ ਕਿਸੇ ਨੂੰ, ਬਹੁਤਿਆਂ ਨੇ ਤਾਂ ਆਪਦੀ ਸ਼ਕਲਾਂ ਨਹੀਂ ਦੇਖੀਆਂ ਡਿਪਾਰਟਮੈਂਟ ਦੀਆਂ। ਇਸ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਆਪਾਂ ਕਹਿੰਦੇ ਆ ਵੀ ਘਰਾਂ ਦੇ ਵਿੱਚ ਨਾ ਬੈਠੇ ਰਹੀਏ, ਹੱਕ ਥਾਲੀਆਂ 'ਚ ਪਰੋਸ ਕੇ ਕਦੇ ਨਹੀਂ ਮਿਲਦੇ। ਇਹ ਜਿੰਨਾ ਤੁਸੀਂ ਕਮਜ਼ੋਰ ਹੋਵੋਗੇ ਉਹਨੇ ਤੁਹਾਡੇ ਹੱਕਾਂ ਤੇ ਡਾਕੇ ਵੱਧ ਮਾਰੇ ਜਾਣਗੇ। ਜਦੋਂ ਅਸੀਂ ਨਹੀਂ ਸੀਗੇ ਤਾਂ ਇਹਨਾਂ ਨੇ ਪਿੱਛੋਂ ਯੂਨੀਵਰਸਿਟੀ ਦਾ ਬਹੁਤ ਮਾੜਾ ਹਾਲ ਕੀਤਾ ਹੋਇਆ, ਹਰ ਥਾਂ ਕੰਡਿਆਲੀਆਂ ਤਾਰਾਂ ਲਾ ਚੁੱਕੇ ਨੇ। ਇਸ ਕਰਕੇ ਇਹਨਾਂ ਕੰਡਿਆਲੀਆਂ ਤਾਰਾਂ ਨੂੰ ਤੋੜਨਾ, ਆ ਜਿਹੜੇ ਬੈਰੀਕੇਡ ਨੇ ਇਹਨਾਂ ਨੂੰ ਤੋੜਨਾ ਤੇ ਆਪਣੀ ਯੂਨੀਵਰਸਿਟੀ ਦੇ ਵਿੱਚ ਵਾਪਸ ਆਉਣਾ, ਇਹ ਸਾਡੇ ਉੱਤੇ ਆ, ਸਾਡੇ ਇੱਕੇ ਦੇ ਦਮ ਉੱਤੇ ਆ। ਜੇ ਅਸੀਂ ਜਿੰਨੀ ਛੇਤੀ ਆਵਾਂਗੇ ਯੂਨੀਵਰਸਿਟੀ ਦੇ ਵਿੱਚ, ਉਨੀ ਛੇਤੀ ਇਸ ਯੂਨੀਵਰਸਿਟੀ ਨੂੰ ਅਸੀਂ ਬਚਾ ਸਕਾਂਗੇ। ਬਹੁਤ ਧੰਨਵਾਦ। ਤਾਂ ਇਹ ਸਨ PSU ਲਲਕਾਰ ਤੋਂ ਅਮਨ। ਲਗਾਤਾਰ ਘਰਾਂ ਵਿੱਚ ਬੈਠੇ ਵਿਦਿਆਰਥੀਆਂ ਨੂੰ ਇਹੋ ਅਪੀਲ ਹੈ ਕਿ ਵੱਡੀ ਭੀੜ, ਵੱਡੀ ਗਿਣਤੀ ਦੇ ਵਿੱਚ ਇੱਥੇ ਆਓ ਤੇ ਜਿਹੜੀ ਮੰਗ ਹੈ ਯੂਨੀਵਰਸਿਟੀ ਰੀਓਪਨ ਕਰਵਾਉਣ ਦੀ, ਉਹਨੂੰ ਮਨਵਾਇਆ ਜਾਵੇ ਤਾਂ ਕਿ ਅਥਾਰਟੀ ਦੇ ਕੋਲੋਂ ਵੱਡੀ ਗਿਣਤੀ, ਵੱਡੇ ਇਕੱਠ ਕਰਕੇ। ਤਾਂ ਲਗਾਤਾਰ ਹਰ ਅਪਡੇਟ ਹੈ ਜਿਹੜੀ R90 ਨਿਊਜ਼ ਦੇ ਉੱਪਰ ਤੁਹਾਨੂੰ ਦਿੰਦੇ ਰਹਾਂਗੇ। ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸੁਸ਼ੀਲ, ਮੈਂ ਮਨਪ੍ਰੀਤ ਸਿੰਘ, R90 ਨਿਊਜ਼ ਦੇ ਲਈ ਧੰਨਵਾਦ।